Hello students, how are you? Welcome to your lecture. ਬੇਟਾ ਬਾਇਓਡਾਇਵਰਸਿਟੀ ਆਪਾਂ ख़त्म ਕੀਤਾ ਤੇ ਉਹਦੇ ਵਿੱਚ ਇੱਕ ਟੌਪਿਕ ਹੈਗਾ ਜੁਆਇੰਟ ਫੋਰੈਸਟ ਮੈਨੇਜਮੈਂਟ। ਈਜ਼ੀ ਟੌਪਿਕ ਆ। ਜੁਆਇੰਟ ਫੋਰੈਸਟ ਮੈਨੇਜਮੈਂਟ ਨਾਮ 'ਚ ਹੀ ਸਾਰੀ ਡੈਫੀਨੇਸ਼ਨ ਜਾਂ ਸਾਰਾ ਮੀਨਿੰਗ ਕਲੀਅਰ ਆ। ਜੁਆਇੰਟ ਮਤਲਬ ਕਿਸੇ ਨਾਲ ਮਿਲ ਕੇ ਜੁੜ ਕੇ, ਫੋਰੈਸਟ ਮਤਲਬ ਜੰਗਲਾਂ ਦਾ, ਮੈਨੇਜਮੈਂਟ ਮਤਲਬ ਸੰਰਕਸ਼ਣ ਜਾਂ ਫਿਰ ਕੰਜ਼ਰਵੇਸ਼ਨ ਕਰਨਾ, ਮੈਨੇਜਮੈਂਟ ਕਰਨੀ, ਕੋਈ ਨੁਕਸਾਨ ਨਹੀਂ ਹੋਣ ਦੇਣਾ, ਉਹਨੂੰ ਆਪਾਂ ਕਹਿੰਦੇ ਹਾਂ ਜੁਆਇੰਟ ਫੋਰੈਸਟ ਮੈਨੇਜਮੈਂਟ। ਹੁਣ ਬੇਟਾ ਜੁਆਇੰਟ ਫੋਰੈਸਟ ਮੈਨੇਜਮੈਂਟ ਦੇ ਵਿੱਚ ਇੱਕ ਤਾਂ ਸਟੇਟ ਗਵਰਨਮੈਂਟ, ਪਹਿਲਾਂ ਕੀ ਸੀਗਾ, ਸਟੇਟ ਗਵਰਨਮੈਂਟ ਦੇ ਅੰਡਰ ਸਾਰੇ ਫੋਰੈਸਟ ਆਉਂਦੇ ਸੀ, ਉਹੀ ਸਾਰਾ ਕੁਝ ਦੇਖਦੇ ਸੀਗੇ ਕਿ ਕਿਹਨੂੰ ਆਉਣ ਦੇਣਾ, ਕਿਹਨੂੰ ਨਹੀਂ, ਕੀ ਪੈਨੈਲਿਟੀ ਲਗਾਉਣੀ ਆ, ਕਿਹੜੇ ਰੂਲ ਪਾਸ ਕਰਨੇ ਆ, ਕਿਹੜੇ ਕਿਹੜੇ ਪੌਦੇ ਲਗਾਉਣੇ ਆ, ਕਿਹੜੇ ਮਰ ਗਏ, ਸਰਵੇ ਕਰਵਾਉਂਦੇ ਸੀਗੇ, ਕਿਹੜੇ ਐਨੀਮਲਸ ਹੈਗੇ ਆ ਅੰਦਰ, ਕਿਹਨਾਂ ਦੀ ਡੈਥ ਹੋ ਗਈ, ਕੀ ਚਾਹੀਦਾ ਹੈਗਾ ਪਲਾਂਟਸ ਨੂੰ, ਕੋਈ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ। ਤਾਂ ਇਹ ਇਕੱਲਾ ਸਟੇਟ ਗਵਰਨਮੈਂਟ ਕਰਦੀ ਸੀ। ਬਾਅਦ ਵਿੱਚ ਜਦੋਂ ਫੋਰੈਸਟ ਪਾਲਿਸੀ ਨੂੰ ਰਿਵਾਈਜ਼ ਕੀਤਾ ਤਾਂ ਉਹਦੇ ਵਿੱਚ ਇੱਕ ਮਤ ਪਾਸ ਕੀਤਾ ਕਿ ਅਗਰ ਕਮਿਊਨਿਟੀਜ਼ ਨੂੰ ਜਾਂ ਪਿੰਡ ਲੈਵਲ ਕਮਿਊਨਿਟੀਜ਼ ਨੂੰ ਇਨਵੋਲਵ ਕੀਤਾ ਜਾਵੇ, ਲੋਕਾਂ ਨੂੰ ਇਨਵੋਲਵ ਕੀਤਾ ਜਾਵੇ ਤਾਂ ਸ਼ਾਇਦ ਜ਼ਿਆਦਾ ਅੱਛਾ ਇਸ ਫੀਲਡ 'ਚ ਕੰਮ ਹੋ ਸਕਦਾ। ਤਾਂ ਇਸ ਕੰਸੈਪਟ ਨੂੰ ਧਿਆਨ 'ਚ ਰੱਖਦੇ ਹੋਏ ਡਿਵੈਲਪ ਕੀਤੇ ਸੀਗੇ ਪਾਰਟਨਰਸ਼ਿਪ ਬਿਟਵੀਨ ਕਮਿਊਨਿਟੀ ਮਤਲਬ ਆਮ ਲੋਕ, ਪਿੰਡ ਦੇ ਲੋਕ ਜਾਂ ਸਾਡੇ ਵਰਗੇ ਲੋਕ, ਅਤੇ ਸਟੇਟ ਫੋਰੈਸਟ ਡਿਪਾਰਟਮੈਂਟ, ਸਟੇਟ ਦੇ ਜਿਹੜੇ ਵਨ ਵਿਭਾਗ ਦੇ ਲੋਕ ਆ ਉਹ, ਤਾਂ ਕਿ ਫੋਰੈਸਟ ਦਾ ਸਸਟੇਨੇਬਲ ਮਤਲਬ ਅੱਛਾ ਵਿਕਾਸ, ਮੈਨੇਜਮੈਂਟ ਹੋ ਸਕੇ। ਅਤੇ ਇਹ ਜੁਆਇੰਟ ਐਫਰਟ ਸੀਗਾ, ਜੁਆਇੰਟ ਬੈਨੀਫਿਟ, ਜਿਹੜੇ ਫੋਰੈਸਟ ਤੋਂ ਕੋਈ ਵੀ ਬੈਨੀਫਿਟ ਜਾਂ ਸਾਨੂੰ ਕੋਈ ਫਾਇਦਾ ਹੁੰਦਾ ਆ ਉਹ ਵੀ ਇਕੱਠੇ ਸ਼ੇਅਰ ਕਰਨਾ ਸੀ ਸਟੇਟ ਔਰ ਲੋਕਾਂ ਦੇ ਵਿੱਚ। ਜੁਆਇੰਟ ਫੋਰੈਸਟ ਮੈਨੇਜਮੈਂਟ ਪ੍ਰੋਗਰਾਮ ਜਿਹੜਾ ਆ ਉਹ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ। ਅਰਾਬਰੀ ਫੋਰੈਸਟ ਜਿਹੜਾ ਆ ਵੈਸਟ ਬੰਗਾਲ 'ਚ ਅਰਾਬਰੀ ਜੰਗਲ ਆ, ਉਹਨੂੰ ਪਹਿਲਾਂ ਉੱਥੇ ਉਹਨਾਂ ਨੇ ਆਮ ਲੋਕ ਜਿਹੜੇ ਆ ਉਹ ਇਨਵੋਲਵ ਕੀਤੇ ਸਟੇਟ ਫੋਰੈਸਟ ਦੇ ਨਾਲ, ਅਤੇ ਉਹਨਾਂ ਨੂੰ ਰਿਜ਼ਲਟਸ ਮਿਲੇ ਕਿ ਲੋਕ ਜਿਹੜੇ ਆ ਬਹੁਤ ਅੱਛਾ ਕੰਮ ਕਰ ਰਹੇ ਆ, ਲੋਕ ਸਗੋਂ ਜ਼ਿਆਦਾ ਅੱਛਾ ਕੰਮ ਕਰ ਸਕਦੇ ਆ ਜੰਗਲਾਂ ਨੂੰ ਕੰਜ਼ਰਵ ਕਰਨ 'ਚ, ਪ੍ਰੋਟੈਕਟ ਕਰਨ 'ਚ, ਅਤੇ ਉਹਦੇ ਪ੍ਰੋਡਕਟਸ ਨੂੰ, ਜਿੱਦਾਂ ਹੁਣ ਟਰੀਜ਼ ਨੂੰ ਵੀ ਪਾਲਣਾ ਅੱਛੇ ਤਰੀਕੇ ਨਾਲ, ਫਿਰ ਉਹ ਤੋਂ ਪ੍ਰੋਡਕਟਸ ਲੈਣੇ, ਫਿਰ ਉਹਨੂੰ ਮਾਰਕੀਟ 'ਚ ਲੈ ਕੇ ਜਾਣਾ, ਆਪ ਯੂਜ਼ ਕਰਨੇ, ਲੋਕਾਂ ਤੱਕ ਪਹੁੰਚਾਉਣਾ। ਤਾਂ ਇਹ ਉੱਥੇ ਬੈਸਟ ਰਿਜ਼ਲਟਸ ਮਿਲਣ ਤੋਂ ਬਾਅਦ 'ਚ ਉਹਨਾਂ ਨੇ ਫਿਰ ਪੂਰੇ ਨੈਸ਼ਨਲ ਲੈਵਲ 'ਤੇ ਇਸ ਪਾਲਿਸੀ ਨੂੰ ਅਡਾਪਟ ਕੀਤਾ, ਜੁਆਇੰਟ ਫੋਰੈਸਟ ਮੈਨੇਜਮੈਂਟ ਨੂੰ। ਐਕਸਪੈਰੀਮੈਂਟ ਜਿਹੜਾ ਆ ਵਨ ਵਿਭਾਗ ਦੇ ਲੋਕਾਂ ਨੇ ਹੀ, ਫੋਰੈਸਟ ਡਿਪਾਰਟਮੈਂਟ ਦੇ ਲੋਕਾਂ ਨੇ ਹੀ ਅਡਾਪਟ ਕੀਤਾ ਸੀ ਜਾਂ ਸਟਾਰਟ ਕੀਤਾ ਸੀ ਵੈਸਟ ਬੰਗਾਲ ਦੇ ਵਿੱਚ 1971-72। ਇਹਦੇ ਵਿੱਚ ਬੇਟਾ ਇਹੀ ਇੰਪੋਰਟੈਂਟ ਆ, ਤੁਹਾਨੂੰ ਇਹ ਪੁੱਛ ਸਕਦੇ ਆ। ਅਰਾਬਰੀ ਫੋਰੈਸਟ ਨਾਮ ਜ਼ਰੂਰ ਯਾਦ ਰੱਖਣਾ ਆ, ਈਸਟ ਮਿਦਨਾਪੁਰ ਫੋਰੈਸਟ ਡਿਵੀਜ਼ਨ, ਠੀਕ ਹੈ, ਵੈਸਟ ਬੰਗਾਲ 'ਚ ਹੈ ਇਹ ਏਰੀਆ। ਹੁਣ ਕੀ ਏਮਸ ਸੀਗੇ, ਕੀ ਆਬਜੈਕਟਿਵ ਸੀਗੇ JFM ਦੇ? ਆਬਜੈਕਟਿਵ ਮਤਲਬ ਕੋਈ ਤਾਂ ਕੋਈ, ਹੁਣ ਤੁਸੀਂ ਪੜ੍ਹਦੇ ਆ, BSc ਕਰਦੇ ਆ ਜਾਂ BA ਕਰਦੇ ਆ, ਤਾਂ ਤੁਹਾਡਾ ਕੋਈ ਤਾਂ ਕੋਈ ਏਮ ਹੈਗਾ ਆ ਕਿ ਅਸੀਂ ਸਾਇੰਟਿਸਟ ਬਣਨਾ ਆ ਜਾਂ ਫਿਰ ਟੀਚਰ ਬਣਨਾ ਆ। ਇਸੇ ਤਰ੍ਹਾਂ ਇਹਦੇ ਵੀ ਕੁਛ ਆਬਜੈਕਟਿਵ ਸੀਗੇ। ਸਭ ਤੋਂ ਪਹਿਲਾਂ ਤਾਂ ਇਹ ਧਿਆਨ 'ਚ ਰੱਖਣਾ ਸੀਗਾ ਕਿ ਸਸਟੇਨੇਬਲ ਯੂਜ਼ ਹੋਵੇ ਫੋਰੈਸਟ ਦਾ, ਗੁੱਡ ਯੂਜ਼ ਹੋਵੇ ਫੋਰੈਸਟ ਦਾ, ਤਾਂ ਕਿ ਲੋਕਾਂ ਨੂੰ ਵੀ ਉਸ ਫੋਰੈਸਟ ਪ੍ਰੋਡਕਟਸ ਦਾ ਫਾਇਦਾ ਹੋਵੇ, ਅਤੇ ਫੋਰੈਸਟ ਵਨ ਵਿਭਾਗ ਵਾਲਿਆਂ ਨੂੰ ਵੀ ਹੋਵੇ, ਅਤੇ ਹਰ ਕੁਝ ਈਕੋ ਫਰੈਂਡਲੀ ਹੋਵੇ। ਈਕੋ ਫਰੈਂਡਲੀ ਮਤਲਬ ਵਾਤਾਵਰਨ ਨੂੰ ਵੀ ਉਹਦਾ ਫਾਇਦਾ ਹੋਵੇ, ਵਾਤਾਵਰਨ ਨੂੰ ਕਿਤੇ ਵੀ ਨੁਕਸਾਨ ਨਾ ਹੋਵੇ। ਜਿਵੇਂ ਹੁਣ ਐ ਨਹੀਂ ਹੋਵੇ ਕਿ ਪ੍ਰੋਡਕਟ ਕੁਝ ਕੱਢਿਆ ਤਾਂ ਉਹਦੇ ਲਈ ਤੁਹਾਨੂੰ ਜੰਗਲ ਹੀ ਕੱਟਣਾ ਪੈ ਗਿਆ, ਜਾਂ ਫਿਰ ਉੱਥੇ ਅੱਗ ਲਗਾਉਣੀ ਪੈ ਗਈ, ਜਾਂ ਫਿਰ ਏਅਰ ਪੋਲਿਊਸ਼ਨ ਕਰਨਾ ਪੈ ਗਿਆ।
ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਸੀਗੀਆਂ। ਇਹ ਉਹਦੇ ਮੰਤਵ ਜਾਂ ਮੋਟਿਵ ਸੀਗੇ ਜਾਂ ਆਬਜੈਕਟਿਵ ਸੀਗੇ। ਆਫੀਸ਼ੀਅਲ ਬੈਕਗਰਾਊਂਡ ਜਿਹੜੀ JFM ਦੀ, ਉਹ ਮੈਂ ਪਹਿਲਾਂ ਵੀ ਦੱਸਿਆ ਕਿ ਨੈਸ਼ਨਲ ਫੋਰੈਸਟ ਪੋਲਿਸੀ ਦੇ ਦੌਰਾਨ ਹੀ 1988 ਦੇ ਵਿੱਚ ਪ੍ਰਪੇਅਰ ਕੀਤੇ ਸੀਗੇ। ਇਹ ਜਿਹੜੇ ਕਿ ਸਟ੍ਰੈਸ ਕਰਦੇ ਸੀਗੇ, ਫੋਕਸ ਕਰਦੇ ਸੀਗੇ ਲੋਕਾਂ ਦੀ ਇਨਵੋਲਵਮੈਂਟ ਜਾਂ ਲੋਕਾਂ ਦੀ ਪਾਰਟੀਸਪੇਸ਼ਨ, ਪਰਟੀਕੂਲਰਲੀ ਵੂਮੈਨ ਦੀ। ਉਹ ਹੁਣ ਜਿਵੇਂ ਲੇਡੀ ਆ, ਆਪਣੇ ਬੱਚਿਆਂ ਨੂੰ ਕਿੰਨੇ ਪਿਆਰ ਨਾਲ ਰੱਖਦੀ ਆ, ਪਿਆਰ ਨਾਲ ਵੱਡਾ ਕਰਦੀ ਆ, ਸਮੇਂ ਸਿਰ ਤਿਆਰ ਕਰਦੀ ਆ, ਸਮੇਂ ਸਿਰ ਖਾਣਾ ਬਣਾ ਕੇ ਦਿੰਦੀ ਆ। ਅਗਰ ਬੱਚਾ ਬਿਮਾਰ ਹੋਵੇ ਤਾਂ ਕਿੰਨੀ ਟੇਕ ਕੇਅਰ ਕਰਦੇ ਆ ਤੁਹਾਡੇ ਮਦਰਸ, ਤੁਹਾਡੇ ਸਿਸਟਰਸ, ਹੈ ਨਾ। ਇਸੇ ਤਰ੍ਹਾਂ ਉਹਨਾਂ ਦੇ ਵਨ ਵਿਭਾਗ ਵਾਲਿਆਂ ਦੇ ਦਿਮਾਗ 'ਚ ਸੀਗਾ ਕਿ ਲੇਡੀਜ਼ ਸ਼ਾਇਦ ਜ਼ਿਆਦਾ ਅੱਛੇ ਤਰੀਕੇ ਨਾਲ ਪ੍ਰੋਟੈਕਟ ਕਰਨਗੇ, ਕੰਜ਼ਰਵ ਕਰਨਗੇ ਫੋਰੈਸਟ ਨੂੰ। ਅਤੇ ਲੇਡੀਜ਼ ਨੂੰ ਪਤਾ ਹੁੰਦਾ ਆ ਕਿ ਕਿਹੜੀ ਚੀਜ਼ ਦੀ ਜ਼ਰੂਰਤ ਆ, ਕਿੰਨੀ ਕੁਆਂਟਿਟੀ 'ਚ ਕੱਢਣੀ ਆ। ਤਾਂ ਵੂਮੈਨਸ ਪਾਰਟੀਸਪੇਸ਼ਨ ਵੀ ਉਹ ਚਾਹੁੰਦੇ ਸੀਗੇ, ਜਾਂ ਉਹਨਾਂ ਨੇ ਉਹ 'ਚ ਰੱਖਿਆ ਸੀਗਾ ਕਿ ਵੂਮੈਨ ਦੀ ਪਾਰਟੀਸਪੇਸ਼ਨ ਵੀ ਹੋਵੇ ਇਨ ਮੀਟਿੰਗ ਦੇਅਰ ਬੇਸਿਕ ਫੋਰੈਸਟ ਰਿਲੇਟਡ ਨੀਡਸ। ਉਹੀ ਕਿ ਫੋਰੈਸਟ ਤੋਂ ਮੰਨ ਲਓ ਗੰਮ ਕੱਢਣੀ ਆ ਤਾਂ ਕਿੱਦਾਂ ਕੱਢਣੀ ਆ, ਧਿਆਨ ਨਾਲ ਕੱਢਣੀ ਆ, ਦਰਖਤ ਨਾ ਕੱਟਣਾ ਪਵੇ, ਜਾਂ ਸਾਲ ਭਰ ਜੇ ਉਹਦੀ ਟੇਕ ਕੇਅਰ ਕੀਤੀ, ਦਰਖਤ ਨੂੰ ਕੋਈ ਇਨਸੈਕਟ ਨਾ ਇੰਜਰੀ ਕਰ ਪਾਏ। ਜਿੱਦਾਂ ਹੁਣ ਫਸਲਾਂ ਲਈ ਟਿੱਡੀ ਦਾ ਲਾਇਆ ਸੀਗਾ ਤਾਂ ਸਾਰੇ ਹੀ ਰੌਲਾ ਪੈ ਗਿਆ ਸੀਗਾ ਕਿ ਖਤਰਾ ਆ, ਇਹ ਫਸਲਾਂ ਤਬਾਹ ਕਰ ਦੇਣਗੇ। ਇੱਦਾਂ ਬਚਾਉਣ ਦਾ ਇਹ ਵੀ ਸਾਰਾ ਜਿੰਮਾ ਲੋਕਾਂ ਦਾ ਉੱਥੇ ਇਨਵੋਲਵਮੈਂਟ ਜਾਂ ਪਾਰਟੀਸਪੇਸ਼ਨ ਰੱਖੀ ਸੀਗੀ। ਅਤੇ ਹੋਰ ਲੋਕਲ ਰਿਸੋਰਸਿਸ, ਬੇਟਾ ਹੁਣ ਫੋਰੈਸਟ ਤੋਂ ਦੇਖੋ ਸਾਨੂੰ ਕਿੰਨੇ ਪ੍ਰੋਡਕਟਸ ਮਿਲਦੇ ਆ। ਸਾਨੂੰ ਆਹ ਜਿਹੜੇ ਤੁਸੀਂ ਡੋਨੇ ਪੱਤਲ ਬਣਾਉਂਦੇ ਆ, ਲੰਗਰ ਜੇ 'ਚ ਆਪਾਂ ਛਕਦੇ ਹਾਂ, ਇਹ ਸਾਰੇ ਜੰਗਲਾਂ ਤੋਂ ਮਿਲਦੇ ਆ। ਫਿਰ ਬੀੜੀਆਂ ਬਣਾਉਂਦੇ ਆ, ਦੂਸਰੇ ਪਾਸੇ ਮੈਡੀਸਿਨਸ ਇੰਨੀਆਂ ਮਿਲਦੀਆਂ ਆ, ਫਿਰ ਰੱਸੀਆਂ ਬਣਾਉਂਦੇ ਆ। ਕਿਸੇ ਨਾ ਕਿਸੇ ਫਾਰਮ 'ਚ ਅਸੀਂ ਮੇਜਰ ਮਾਈਨਰ ਪ੍ਰੋਡਕਟਸ ਸਾਨੂੰ ਮਿਲਦੇ ਆ ਜੰਗਲਾਂ ਤੋਂ। ਤਾਂ ਉਹ ਸਾਰਿਆਂ ਦਾ ਸਹੀ ਯੂਜ਼ ਕਰਨਾ, ਸਹੀ ਤਰੀਕੇ ਨਾਲ ਕੱਢਣਾ, ਸਹੀ ਕੁਆਂਟਿਟੀ 'ਚ ਕੱਢਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਧਿਆਨ 'ਚ ਸੀਗੀਆਂ। ਹੁਣ ਨੈਸ਼ਨਲ ਫੋਰੈਸਟ ਪੋਲਿਸੀ ਜਿਹੜੀ 1988 ਦੇ ਵਿੱਚ ਬਣਾਈ ਸੀਗੀ, ਉਹਨੂੰ ਵੀ JFM ਦੇ ਨਾਲ ਕਹਿ ਲਓ ਮਰਜ ਕੀਤਾ ਸੀ ਜਾਂ ਕੰਬਾਈਨ ਕੀਤਾ ਸੀਗਾ। ਦਿਮਾਗ 'ਚ ਇਹੀ ਸੀਗਾ ਕਿ 1990 ਦੇ ਵਿੱਚ ਜਿਹੜੀ ਇਹ ਬਣਾਈ ਸੀ ਫੋਰੈਸਟ ਪੋਲਿਸੀ, ਉਹਨੂੰ ਵੀ 1988 ਦੇ ਵਿੱਚ ਫੋਰੈਸਟ ਪੋਲਿਸੀ ਬਣਾਈ ਸੀਗੀ। ਅਤੇ JFM ਨੂੰ ਇਹਦੇ ਵਿੱਚ ਇਨਕਲੂਡ ਕੀਤਾ ਸੀ, ਕੰਬਾਈਨ ਕੀਤਾ ਸੀ। ਅਤੇ ਸਾਰਾ ਜਿਹੜਾ ਰੈਜ਼ੋਲਿਊਸ਼ਨ ਆ 1990 ਦੇ ਵਿੱਚ ਪੂਰੀ ਤਰ੍ਹਾਂ ਬਣ ਗਿਆ ਸੀਗਾ। ਅਤੇ ਲੋਕਾਂ ਨੂੰ ਅਧਿਕਾਰ ਦਿੱਤੇ ਸੀਗੇ, ਅਥੋਰਿਟੀਜ਼ ਨੂੰ ਅਧਿਕਾਰ ਦਿੱਤੇ ਸੀ ਕਿ ਹਰ ਪ੍ਰੋਡਕਟ ਨੂੰ ਯੂਜ਼ ਕਰਨਾ, ਰਲ ਮਿਲ ਕੇ ਯੂਜ਼ ਕਰਨਾ, ਰਲ ਮਿਲ ਕੇ ਫਾਇਦਾ ਹੋਏਗਾ, ਰਲ ਮਿਲ ਕੇ ਸ਼ੇਅਰ ਵੰਡਣੇ ਆ। ਹੁਣ ਨੈਸ਼ਨਲ ਫੋਰੈਸਟ ਪੋਲਿਸੀ ਜਿਹੜੀ ਆ ਉਹ ਇਸ ਜਿਹੜੀ JFM ਬਣਾਈ ਸੀਗੀ, ਇਹਦੇ ਅੰਡਰ ਜਿਹੜੀ ਕਮਿਊਨਿਟੀਜ਼ ਆ ਉਹਨਾਂ ਨੂੰ ਮੌਕਾ ਦਿੱਤਾ ਸੀ ਜਾਂ ਗਾਈਡਲਾਈਨਸ ਉਹਨਾਂ ਨੂੰ ਦਿੱਤੀਆਂ ਸੀਗੀਆਂ ਕਿ ਫੋਰੈਸਟ ਦੀ ਪ੍ਰੋਟੈਕਸ਼ਨ ਕਰਨੀ ਆ। ਇੱਦਾਂ ਕਮੇਟੀਆਂ, ਜਿੱਦਾਂ ਬੇਟਾ ਹੁਣ ਤੁਸੀਂ ਕਾਲਜ 'ਚ ਵੀ ਜੇ ਦੇਖੋ ਤਾਂ ਬਹੁਤ ਸਾਰੀ ਕਮੇਟੀਜ਼ ਬਣੀਆਂ ਹੋਈਆਂ। ਕੋਈ ਕੈਂਪਸ, ਕਾਲਜ ਕੈਂਪਸ ਦੀ ਬਿਊਟੀਫਿਕੇਸ਼ਨ ਕਰਦਾ ਆ, ਕੋਈ ਆਹ ਰਿਪੇਅਰਿੰਗ ਦਾ ਕੰਮ ਕਰਵਾਉਂਦਾ ਆ, ਕੋਈ ਲਾਇਬ੍ਰੇਰੀ ਕਮੇਟੀ ਆ, ਜਾਂ ਫਿਰ ਕੋਈ ਬੱਚਿਆਂ ਨੂੰ ਕੰਟਰੋਲ ਕਰਨ ਦੀ, ਗਰਲਸ ਦੀ ਪ੍ਰੋਬਲਮ ਸੁਣਨ ਦੀ ਕਮੇਟੀਜ਼ ਆ। ਇੱਦਾਂ ਹੀ ਅਲੱਗ-ਅਲੱਗ ਕਮੇਟੀਆਂ ਬਣਾ ਕੇ ਪੂਰਾ ਕੰਮ ਜਿਹੜਾ ਆ ਲੋਕਲਾਈਟਸ ਨੂੰ, ਲੋਕਾਂ ਨੂੰ ਵੰਡਤਾ ਸੀਗਾ। ਅਤੇ ਫੋਰੈਸਟ ਕੰਜ਼ਰਵੇਸ਼ਨ ਸੁਸਾਇਟੀਜ਼ ਬਣਾ ਲਈਆਂ। ਇੱਕ ਫਿਰ ਜਿਹੜੀ ਕਮੇਟੀ ਬਣਾਈ ਸੀ ਉਹ ਪਿੰਡ ਲੈਵਲ ਦੀ, ਉਹ ਸੀਗੀ ਵਿਲੇਜ ਫੋਰੈਸਟ ਕਾਊਂਸਿਲ, ਹੈ JFM ਦੇ ਵਿੱਚ। ਤਾਂ ਪੀਪਲ ਇਹਦੇ ਵਿੱਚ ਲੋਕਾਂ ਨੂੰ ਹੀ ਬਣਾਇਆ ਸੀ ਰਿਪਰੈਜ਼ੈਂਟੇਟਿਵ। ਜਿੱਦਾਂ ਬੇਟੇ ਤੁਸੀਂ ਆਪਣਾ ਪ੍ਰਧਾਨ ਚੁਣਦੇ ਹੋ ਸਟੂਡੈਂਟਸ ਦਾ, ਇਸੇ ਤਰ੍ਹਾਂ ਇਹਨਾਂ ਨੇ ਵੀ ਪ੍ਰਧਾਨ ਚੁਣਿਆ। VFC ਮਤਲਬ ਵਿਲੇਜ ਫੋਰੈਸਟ ਕਾਊਂਸਿਲ। ਇਹਨਾਂ ਦੀ 3 ਮਹੀਨਿਆਂ 'ਚ ਇੱਕ ਵਾਰੀ ਮੀਟਿੰਗ ਹੁੰਦੀ ਸੀਗੀ। ਇੱਦਾਂ ਪ੍ਰਸਤਾਵ ਰੱਖਿਆ ਸੀ ਕਿ ਮੀਟਿੰਗ ਹੋਏਗੀ। ਅਤੇ ਜੇ ਜਿੱਦਾਂ ਕੋਈ ਪ੍ਰਧਾਨ ਚੁਣਨਾ ਆ, ਕਾਊਂਸਿਲ ਤਾਂ ਬਣਾ ਲਈ, ਫਿਰ ਉਹਦਾ ਇੱਕ ਪ੍ਰਧਾਨ ਵੀ
ਵੋਟ ਪਾ ਕੇ ਜਾਂ ਲੋਕ ਆਪਸੀ ਬਹੁਮਤ ਨਾਲ ਸਿਲੈਕਟ ਕਰ ਲੈਂਦੇ ਸੀ, ਜਿੱਦਾਂ ਸਰਪੰਚ ਚੁਣ ਲੈਂਦੇ ਆ ਕਈ ਵਾਰ। ਅਤੇ ਪ੍ਰੈਜ਼ੀਡੈਂਟ ਵੀ ਉਹੀ ਮੈਂਬਰਸ ਜਿਹੜੇ ਬਣੇ ਹੁੰਦੇ ਸੀ ਉਹਨਾਂ 'ਚੋਂ ਇੱਕ ਕੋਈ ਰਜਾਮੰਦੀ ਨਾਲ ਜਾਂ ਵੋਟਾਂ ਨਾਲ ਸਿਲੈਕਟ ਹੋ ਜਾਂਦਾ ਸੀ। ਹੁਣ ਜਿਹੜੇ ਇਲੈਕਸ਼ਨ ਪ੍ਰੋਸੈਸ ਜਿਹੜਾ ਆ ਉਹਨੂੰ ਵੀ ਇਹਦੇ ਵਿੱਚ ਫੈਸਿਲੀਟੇਟ ਕੀਤਾ। ਫੈਸਿਲੀਟੇਟ ਦਾ ਮਤਲਬ ਕਿ ਮਾਨਿਅਤਾ ਦਿੱਤੀ। ਉਹ ਰੇਂਜਰ ਜਿਹੜਾ ਵਨ ਵਿਭਾਗ ਦੇ ਵਿੱਚ ਸਭ ਤੋਂ ਪਹਿਲਾ ਅਧਿਕਾਰੀ ਰੇਂਜਰ ਹੁੰਦਾ ਆ। ਰੇਂਜਰ ਉਹ ਸਾਰਾ ਉਹਦਾ ਸਾਰਾ ਬੰਦੋਬਸਤ ਕਰਦਾ ਆ ਵੋਟਾਂ ਦਾ, ਅਤੇ ਉਹਦੀ ਪ੍ਰੈਜ਼ੈਂਸ 'ਚ ਵੋਟਾਂ ਜੇ ਕਰਵਾਉਣੀਆਂ ਹੋਣ ਤਾਂ ਉਹਦੀ ਪ੍ਰੈਜ਼ੈਂਸ 'ਚ ਹੁੰਦੇ ਅਸੀਂ ਹੋਣਗੀਆਂ। ਅਤੇ ਇਸ ਤਰ੍ਹਾਂ ਸੈਕਟਰੀ ਵਗੈਰਾ ਸਾਰਾ ਕੁਛ ਇਹਦਾ ਚੁਣਦੇ ਆ, ਲੋਕਾਂ 'ਚੋਂ ਹੀ ਹੁੰਦੇ ਆ ਸਾਰੇ। ਇਹ ਸੈਕਟਰੀ, ਪ੍ਰਧਾਨ, ਜੋ ਵੀ ਕੰਜ਼ਰਵੇਟਿਵ ਜੋ ਵੀ ਬਣਾਉਣਾ ਬੇਟੇ। ਫਿਰ ਬੈਨੀਫਿਟਸ ਆਫ JFM ਤਾਂ ਹੁਣ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਆ। ਬੈਨੀਫਿਟਸ ਇਹ ਸੀਗਾ ਮੇਨ ਤਾਂ ਕਿ ਜੰਗਲਾਂ ਨੂੰ ਬਚਾਉਣਾ, ਕੰਮ ਜਿਹੜਾ ਆ ਅੱਛੇ ਤਰੀਕੇ ਨਾਲ ਵੰਡ ਕੇ ਹੋ ਸਕੇ। ਸਟੇਟ ਇਕੱਲੀ ਜਾਂ ਵਨ ਵਿਭਾਗ ਇਕੱਲਾ ਨਹੀਂ ਮੈਨੇਜ ਕਰ ਪਾਉਂਦਾ ਸੀ ਸਾਰਾ ਕੰਮ ਪ੍ਰੋਪਰ ਤਰੀਕੇ ਨਾਲ, ਤਾਂ ਫਿਰ ਉਹਨਾਂ ਨੇ ਲੋਕਾਂ ਦੀ ਸਹਾਇਤਾ ਨਾਲ ਜਰਾ ਅੱਛੇ ਤਰੀਕੇ ਨਾਲ ਈਜ਼ੀਲੀ ਜਲਦੀ ਹੋ ਜਾਂਦਾ ਸੀ। ਚੇਂਜ ਇਨ ਆਊਟਲੁੱਕ ਮੀਨਸ ਕੁਆਲਿਟੀ ਆਫ ਲਾਈਫ ਜਿਹੜੀ ਆ ਇੰਪਰੂਵਡ ਹੋ ਗਈ। ਤਾਂ ਬੇਟੇ ਇਹ ਹੈਗਾ ਕਿ ਜਿੱਦਾਂ ਆਦੀਵਾਸੀ ਲੋਕ ਜੰਗਲਾਂ 'ਚ ਹੀ ਰਹਿੰਦੇ ਆ, ਪਹਿਲਾਂ ਕੀ ਸੀ ਜਿੱਦਾਂ ਸ਼ਿਫਟਿੰਗ ਕਲਟੀਵੇਸ਼ਨ ਵਗੈਰਾ ਕਰਦੇ ਸੀਗੇ, ਤਾਂ ਵਨ ਵਿਭਾਗ ਜਿਹੜਾ ਆ ਜ਼ਿਆਦਾ ਤੋਂ ਜ਼ਿਆਦਾ ਪੈਨੈਲਿਟੀ ਸਜ਼ਾ ਲਗਾਉਂਦਾ ਸੀ ਕਿ ਤੁਸੀਂ ਜੰਗਲਾਂ 'ਚ ਵੜਨਾ ਨਹੀਂ, ਜੰਗਲ ਖਰਾਬ ਹੁੰਦੇ ਆ। ਤਾਂ ਜਦੋਂ ਹੁਣ ਲੋਕਾਂ ਨੂੰ ਹੀ ਜ਼ਿੰਮਾ ਦੇ ਦਿੱਤਾ ਤਾਂ ਲੋਕ ਆਪਣੇ ਹਿਸਾਬ ਨਾਲ ਜਿਹੜੇ ਏਰੀਏ 'ਚ ਉਹ ਕਰ ਸਕਦੇ ਸੀਗੇ ਉਹਨਾਂ ਏਰੀਏ 'ਚ ਸ਼ਿਫਟਿੰਗ ਕਲਟੀਵੇਸ਼ਨ ਵੀ ਕਰਦੇ। ਗ੍ਰੇਜ਼ਿੰਗ ਮਤਲਬ ਪਸ਼ੂਆਂ ਨੂੰ ਜੇ ਚਰਾਉਣਾ ਜਾਂ ਕਿਸੇ ਕਿਆਰੇ 'ਚ ਕੋਈ ਫਸਲ ਬੀਜਣੀ, ਤਾਂ ਉਹ ਆਪਣੇ ਹਿਸਾਬ ਨਾਲ ਦੇਖ ਕੇ ਮੈਨੇਜ ਕਰ ਲੈਂਦੇ ਆ ਕਿ ਹਾਂ ਇੱਥੇ ਇੱਕ ਜੰਗਲ ਨਹੀਂ ਖਰਾਬ ਹੋਣਾ, ਇੱਥੇ ਅਸੀਂ ਕਰ ਸਕਦੇ ਹਾਂ। ਤਾਂ ਲਾਈਫ ਇੰਪਰੂਵ ਦਾ ਮਤਲਬ ਕਿ ਹੁਣ ਜੰਗਲ 'ਚ ਇੰਨੇ ਫੋਰੈਸਟ ਪ੍ਰੋਡਕਟ ਮਿਲਦੇ ਆ। ਪਹਿਲਾਂ ਉਹ ਸਟੇਟ ਡਿਪਾਰਟਮੈਂਟ ਵਾਲੇ ਹੀ ਰੱਖ ਲੈਂਦੇ ਸੀਗੇ, ਫੋਰੈਸਟ ਡਿਪਾਰਟਮੈਂਟ ਵਾਲੇ ਲੋਕਾਂ ਤੱਕ ਪਹੁੰਚਦੇ ਨਹੀਂ ਸੀ, ਜੇ ਪਹੁੰਚਦੇ ਸੀ ਤਾਂ ਬਹੁਤ ਮਹਿੰਗੇ ਪਹੁੰਚਦੇ ਸੀਗੇ। ਅਤੇ ਜਦੋਂ ਹੁਣ ਲੋਕ ਹੀ ਵਿੱਚ ਇਨਵੋਲਵ ਹੋ ਗਏ ਤਾਂ ਉਹਦਾ ਰੇਟ ਵੀ ਘੱਟ ਹੋ ਗਿਆ, ਕੁਆਂਟਿਟੀ ਵੀ ਜ਼ਿਆਦਾ ਪ੍ਰੋਡਿਊਸਡ ਹੋਈ, ਅੱਛੀ ਕੁਆਲਿਟੀ ਵੀ ਪ੍ਰੋਡਿਊਸਡ ਹੋਈ। ਤਾਂ ਇਹ ਸਾਰੇ ਸੋਸ਼ਲ ਅਵੇਕਨਿੰਗ। ਹੁਣ ਜਦੋਂ ਉਹਨਾਂ ਨੇ ਇਹ ਜੰਗਲਾਂ ਨੂੰ ਬਚਾਉਣ ਦੀ ਗੱਲ ਕਰਨੀ ਆ, ਤਾਂ ਜਦੋਂ ਤੁਸੀਂ ਦੇਖਿਆ ਹੋਣਾ ਹੈ ਕਿ ਕਾਲਜ 'ਚ ਵੀ ਜਦੋਂ ਕੋਈ ਲੈਕਚਰ ਦੇਣ ਆਉਂਦਾ ਆ, ਜਾਂ ਹੁਣ ਮੋਦੀ ਜੀ ਦਾ ਵੀ ਤੁਸੀਂ ਲੈਕਚਰ ਸੁਣਦੇ ਆ, ਤਾਂ ਇੱਕ ਮੁੱਦਾ ਨਹੀਂ ਹੁੰਦਾ, ਨਾਲ ਉਹ ਬਹੁਤ ਸਾਰੀਆਂ ਗੱਲਾਂ ਕਿ ਬੇਰੁਜ਼ਗਾਰੀ ਦੇ ਵੀ ਕਰ ਲਈ, ਨਾਲ ਹੀ ਨਾਲ ਕਿ ਕਿੱਦਾਂ ਸਕਿਲਡ ਵਰਕਿੰਗ ਜਾਂ ਕਿੱਦਾਂ ਰੁਜ਼ਗਾਰ ਜਨਰੇਟ ਕਰਨਾ ਆ। ਵਿੱਚ ਕਰੋਨਾ ਚੱਲ ਰਿਹਾ ਉਹਦੀ ਗੱਲ ਕਰ ਲਈ, ਵਿੱਚ ਹੀ ਐਨੀ ਮੈਟਰ ਚਾਈਨਾ ਦੀ ਗੱਲ ਕਰ ਲਈ, ਹੁਣ ਵਾਰ ਦਾ ਖਤਰਾ ਜਿਹਾ ਆ। ਤਾਂ ਇਸ ਤਰ੍ਹਾਂ ਇੱਕ ਮੁੱਦੇ 'ਤੇ ਨਹੀਂ ਹੁੰਦੀ ਨਾ ਗੱਲ। ਇਸੇ ਤਰ੍ਹਾਂ ਹੁਣ ਜਦੋਂ ਸੰਬੋਧਨ ਕਰਨਾ ਆ ਵਿਲੇਜ ਵਾਲਿਆਂ ਨੂੰ, ਤਾਂ ਉੱਥੇ ਹੋਰ ਮੁੱਦੇ ਵੀ ਟੱਚ ਹੋ ਜਾਂਦੇ ਸੀਗੇ ਕਿ ਜਿੱਦਾਂ ਫੀਮੇਲ ਭਰੂਣ ਹੱਤਿਆ, ਇਨਫੈਂਟੀਸਾਈਡ, ਅਨਟੱਚੇਬਿਲਿਟੀ, ਛੂਆਛੂਤ ਜਿਹੜੀ ਆਪਾਂ ਕਹਿ ਦਿੰਦੇ ਹਾਂ ਕਿ ਪਹਿਲਾਂ ਲੋਕ ਐਵੇਂ ਮੰਨਦੇ ਸੀਗੇ ਕਿ ਨੀਚੀ ਜਾਤ ਆ ਜਾਂ ਇਹ ਉੱਚੀ ਜਾਤ ਆ। ਜਾਤ ਪਾਤ ਦਾ ਸਾਰਾ ਮਸਲਾ ਖ਼ਤਮ ਕਰਨ ਦੇ ਉਹ 'ਚ ਪ੍ਰੇਰਿਤ ਕਰਦੇ ਸੀਗੇ ਕਿ ਕੁਛ ਨਹੀਂ ਹੈਗਾ, ਸਾਰੇ ਯੂਨਿਟੀ ਇਜ਼ ਸਟਰੈਂਥ, ਕਿ ਸਾਰੇ ਇਕੁਐਲਿਟੀ, ਕਿ ਸਾਰੇ ਇਕੁਅਲ ਹੀ ਆ। ਜਿਹੜੇ ਇਸ ਧਰਤੀ 'ਤੇ ਆਏ ਆ ਸਾਰੇ ਪਰਮਾਤਮਾ ਦੇ ਹੀ ਬੰਦੇ ਆ, ਪਰਮਾਤਮਾ ਨੇ ਭੇਜਿਆ, ਅਤੇ ਆਲ ਆਰ ਇਕੁਅਲ। ਇਹ ਨਾਰਾ ਇਸ ਤਰ੍ਹਾਂ ਮਤਲਬ ਪ੍ਰੇਰਿਤ ਕਰਦੇ ਸੀ, ਅਵੇਕ ਕਰਦੇ ਸੀ ਲੋਕਾਂ ਨੂੰ। ਫਿਰ ਜਿਵੇਂ ਹੁਣ ਮੈਂ ਦੱਸਿਆ ਕਿ ਇੱਕ ਮੁੱਦਾ ਨਹੀਂ, ਤਾਂ ਉਹਨਾਂ ਦੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਦੇ ਸੀਗੇ ਕਿ ਸਕੂਲ ਜਾਓ, ਸਿੱਖਿਆ ਜਿਹੜੀ ਆ ਉਹ ਜਾਂ ਗਿਆਨ ਜਿਹੜਾ ਆ ਉਹ ਹੋਣਾ ਚਾਹੀਦਾ ਆ, ਹੈ ਨਾ, ਇਨਕਰੀਜ਼ ਇਨਕਮ। ਫਿਰ ਜਦੋਂ ਹੁਣ ਲੋਕ ਪ੍ਰੋਡਕਟ ਕੱਢਦੇ ਫੋਰੈਸਟ 'ਤੇ, ਤਾਂ ਉਹਨਾਂ ਦੀ ਇਨਕਮ ਵੀ ਵੱਧਦੀ ਆ। ਉਹਨਾਂ ਨੂੰ ਫਿਰ ਰੁਜ਼ਗਾਰ ਵੀ ਸਿਖਾਇਆ ਜਾਂਦਾ ਆ, ਕੰਮ ਕਿ ਜਿੱਦਾਂ ਰੱਸੀ ਤੁਸੀਂ ਰੱਸੀ ਬਣਾ ਸਕਦੇ ਹਾਂ, ਟੋਕਰੀਆਂ ਬਣਾ ਸਕਦੇ ਹਾਂ, ਕੋਈ ਸਿਲਾਈ ਬੁਣਾਈ ਕਰ ਸਕਦੇ ਹਾਂ, ਹੈ ਨਾ। ਵੂਮੈਨ ਇੰਪਾਵਰਮੈਂਟ ਐਂਡ ਡਿਵੈਲਪਮੈਂਟ। ਫਿਰ ਨਾਰੀ ਸ਼ਕਤੀ ਦੇ ਬਾਰੇ 'ਚ ਵੀ ਦੱਸਦੇ ਸੀਗੇ ਕਿ ਇੰਨਾ ਅਤਿਆਚਾਰ ਨਹੀਂ ਕਰਨਾ ਚਾਹੀਦਾ ਨਾਰੀਆਂ 'ਤੇ।
फिर बेटा सीगा फंडामेंटल शिफ्ट्स इन फॉरेस्ट मैनेजमेंट रिप्रजेंटेड बाय JFM। फंडामेंटल शिफ्ट्स मतलब कि ਜਦੋਂ ਜੁਆਇੰਟ ਫੋਰੈਸਟਮੈਨ ਨਹੀਂ ਸੀਗੀ ਉਦੋਂ ਕੀ ਹੁੰਦਾ ਸੀਗਾ ਅਤੇ ਆਉਣ ਤੋਂ ਬਾਅਦ 'ਚ ਕੀ ਫਾਇਦੇ ਆ। ਇਹ ਪਹਿਲਾਂ ਸਾਰਾ ਕੁਝ ਸੈਂਟਰਲਾਈਜ਼ ਸੀਗਾ, ਮਤਲਬ ਸਰਕਾਰ ਦੇ ਹੱਥ ਸੀਗਾ। ਫਿਰ ਲੋਕਾਂ ਦਾ ਵੀ ਇਨਵੋਲਵਮੈਂਟ ਹੋ ਗਿਆ। ਰੈਵਨਿਊ ਪਹਿਲਾਂ ਪੈਸੇ ਇਕੱਠੇ ਕਰਦੇ ਸੀਗੇ, ਫਿਰ ਰਿਸੋਰਸ ਜਨਰੇਟ ਕਰਨ ਲੱਗ ਪਏ। ਰਿਸੋਰਸ ਮਤਲਬ ਪ੍ਰੋਡਕਟਸ ਜਿਹੜੇ ਜੰਗਲਾਂ ਤੋਂ ਚੀਜ਼ਾਂ ਮਿਲਦੀਆਂ ਆ, ਦਰਖਤਾਂ ਤੋਂ ਹੋਈਆਂ, ਜਾਨਵਰ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਤੋਂ ਹੋਏ। ਯੂਨੀਲੇਟਰਲ ਡਿਸੀਜ਼ਨ ਪਹਿਲਾਂ ਮਤਲਬ ਕਿ ਇੱਕੋ ਹੀ ਸਰਕਾਰ ਜਾਂ ਜਿਹੜੇ ਵਨ ਵਿਭਾਗ ਦੇ ਆਫਿਸਰਸ ਹੁੰਦੇ ਸੀ ਉਹੀ ਇਕੱਲੇ ਡਿਸੀਜ਼ਨ ਲੈਂਦੇ ਸੀਗੇ। ਹੁਣ ਲੋਕ ਵੀ ਲੈ ਸਕਦੇ ਆ। ਪਹਿਲਾਂ ਲੋਕਾਂ ਨੂੰ ਆਉਣ ਨਹੀਂ ਦਿੰਦੇ ਸੀ, ਕੰਟਰੋਲ ਕਰਦੇ ਸੀ, ਪੈਨਲਟੀ ਸਜ਼ਾ ਲਗਾਉਂਦੇ ਸੀਗੇ। ਹੁਣ ਜਿਹੜੇ ਆ ਉਹ ਲੋਕਾਂ ਹੀ ਕਰਦੇ ਆ। ਉਹ 'ਚ ਪਹਿਲਾਂ ਬਹੁਤ ਸਾਰੇ ਏਰੀਏ ਦਾ ਮੈਨੇਜਮੈਂਟ ਇਕੱਲੀ ਸਰਕਾਰ ਕਰਦੀ ਸੀ। ਹੁਣ ਛੋਟੇ ਛੋਟੇ ਟੁਕੜੇ ਵੰਡ ਕੇ ਲੋਕਾਂ ਨੂੰ ਵਿੱਚ ਇਨਵੋਲਵ ਕਰਤਾ ਤਾਂ ਉਹਦੇ ਨਾਲ ਹੋਰ ਜ਼ਿਆਦਾ ਰਿਸੋਰਸਿਸ ਇਕੋਨਮੀ ਰੇਸ ਹੁੰਦੇ ਆ। ਲਾਰਜ ਵਰਕਿੰਗ ਪਲਾਨਸ ਪਹਿਲਾਂ ਸਰਕਾਰ ਦਾ ਤੁਹਾਨੂੰ ਕੰਮ ਪਤਾ ਹੀ ਆ ਕਿ ਬੜੇ ਗਾਈਡਲਾਈਨਸ ਤਿਆਰ ਕਰਤੀਆਂ, ਅਸੀਂ ਆਹ ਕਰਾਂਗੇ ਉਹ ਕਰਾਂਗੇ, 5 ਸਾਲਾ ਯੋਜਨਾ, ਪਰ ਕੰਮ ਬਹੁਤ ਘੱਟ ਹੁੰਦਾ ਸੀਗਾ। ਹੁਣ ਕੀ ਆ, ਛੋਟੇ ਛੋਟੇ ਏਰੀਆਸ ਲੈ ਕੇ ਐਕਸਪੈਰੀਮੈਂਟ ਕਰਕੇ ਉਹਨੂੰ ਅੱਗੇ ਵਧਾਉਂਦੇ ਆ। ਫਿਰ ਏਮ ਸਿੰਗਲ ਪ੍ਰੋਡਕਟ, ਪਹਿਲਾਂ ਜਿੱਦਾਂ ਇੱਕ ਪ੍ਰੋਡਕਟ ਦੇ ਪਿੱਛੇ ਹੀ ਪੈ ਜਾਂਦੇ ਸੀਗੇ, ਇਹ ਹੁਣ ਮਾਈਕਰੋ ਪਲਾਨਸ ਆ ਅਤੇ ਮਲਟੀਪਲ ਪ੍ਰੋਡਕਟਸ, ਬਹੁਤ ਸਾਰੇ ਪ੍ਰੋਡਕਟਸ। ਕਿਉਂਕਿ ਲੋਕ ਜਦੋਂ ਇਨਵੋਲਵ ਹੋ ਗਏ, 10 ਨੂੰ ਕੋਈ ਇੱਕ ਕੰਮ ਦਿੱਤਾ, 10 ਨੂੰ ਦੂਸਰਾ ਕੰਮ ਦਿੱਤਾ, ਤਾਂ ਇਸ ਤਰ੍ਹਾਂ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਜੰਗਲਾਂ ਤੋਂ ਮਿਲਦੇ ਉਹ ਮੈਨੇਜ ਹੋ ਜਾਂਦੇ ਆ। ਅਜ਼ਿਊਮਡ ਹੋਮੋਜੈਨਿਟੀ, HOMOGENEITY ਅਤੇ ਇਹ ਰੈਕੋਗਨੀਸ਼ਨ ਡਾਇਵਰਸਿਟੀ। ਹੁਣ ਬੇਟਾ ਜਦੋਂ ਸਰਕਾਰ ਨੇ ਕੰਮ ਕਰਨਾ ਆ, ਵਨ ਵਿਭਾਗ ਦੇ ਅਧਿਕਾਰੀਆਂ ਨੇ, ਤਾਂ ਤੁਹਾਨੂੰ ਪਤਾ ਹੀ ਆ, ਅੱਧਿਆਂ ਨੇ ਕੰਮ ਕਰਨਾ, ਅੱਧਿਆਂ ਨੇ ਪੇਪਰ ਵਰਕ ਇਕੱਲਾ ਕਰ ਲੈਣਾ ਆ। ਲੇਕਿਨ ਇਹਦੇ ਵਿੱਚ ਜੇ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਆ, ਲੋਕ ਸੱਚੇ ਮਨ ਨਾਲ ਕਰਦੇ ਆ, ਤਾਂ ਫਿਰ ਸਾਰਾ ਕੰਮ ਬਹੁਤ ਅੱਛੇ ਤਰੀਕੇ ਨਾਲ ਹੁੰਦਾ, ਫੇਅਰ ਕੰਮ ਹੁੰਦਾ ਆ, ਕਿਤੇ ਕੋਈ ਘਪਲਾ ਨਹੀਂ ਹੁੰਦਾ ਹੈਗਾ। ਅਤੇ CMC ਜਿਹੜਾ ਪ੍ਰੋਗਰਾਮ ਆ, CFM ਪ੍ਰੋਗਰਾਮ ਆ ਬੇਟਾ, ਇਹ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ, ਪਰ ਮੈਂ ਜਸਟ ਇੱਕ ਲਾਈਨ ਇਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਇਹ ਕੰਟਰੋਲ ਆਫ ਫੋਰੈਸਟ ਫਰੋਮ ਦਾ ਸੈਂਟਰਲ ਗੌਰਮੈਂਟ ਟੂ ਲੋਕਲ ਗੌਰਮੈਂਟ ਐਂਡ ਕਮਿਊਨਿਟੀਜ਼। ਮਤਲਬ ਸਰਕਾਰ ਤੋਂ ਜਿਹੜਾ ਕੰਟਰੋਲ ਆ ਜੰਗਲਾਂ ਦਾ ਉਹ ਲੋਕਾਂ ਤੱਕ ਪਹੁੰਚ ਗਿਆ ਆ। ਇਹ ਹੈਗਾ CFM। ਇਹ ਜੁਆਇੰਟ ਫੋਰੈਸਟ ਮੈਨੇਜਮੈਂਟ ਨਾਲ ਹੀ ਰਿਲੇਟਡ ਆ, ਤਾਂ ਤੁਸੀਂ ਇੰਨੀ ਕੁ ਲਾਈਨ ਜਿਹੜੀ ਆ ਉਹ ਯਾਦ ਰੱਖ ਲੈਣੀ ਆ। ਫਿਰ ਬੇਟਾ ਜਿਹੜਾ ਕਿਹੜੀ ਸਟੇਟਸ ਜਿੱਥੇ ਜੁਆਇੰਟ ਫੋਰੈਸਟ ਮੈਨੇਜਮੈਂਟ ਕਹਿ ਲਓ ਕਿ ਖੁੱਲ੍ਹ ਕੇ ਸ਼ੁਰੂ ਹੋਈ ਆ, ਥੋੜ੍ਹੀ ਵੱਡੇ ਲੈਵਲ 'ਤੇ ਸ਼ੁਰੂ ਹੋਈ ਆ। ਉੜੀਸਾ, ਹਿਮਾਚਲ ਪ੍ਰਦੇਸ਼, ਗੁਜਰਾਤ, UP, ਉੱਤਰ ਪ੍ਰਦੇਸ਼, ਕਰਨਾਟਕਾ, ਇਹ ਸਾਰੇ ਹੈਗੇ। ਫਿਰ ਮੈਂ ਥੋੜ੍ਹਾ ਜਿਹਾ ਦੱਸਤਾ ਹੈ, ਪਰ 1 ਨੰਬਰ 'ਚ ਤੁਹਾਨੂੰ ਪੁੱਛ ਸਕਦੇ ਆ ਤਾਂ ਅਲੱਗ ਲਿਖਿਆ ਆ। ਓਰੀਜਨ ਆਫ ਜੁਆਇੰਟ ਫੋਰੈਸਟ ਮੈਨੇਜਮੈਂਟ ਇੰਡੀਆ ਦੇ ਵਿੱਚ ਕਿੱਥੇ ਸਭ ਤੋਂ ਪਹਿਲਾਂ ਸੀਗਾ, ਤਾਂ ਇੱਕ ਐਕਸਪੈਰੀਮੈਂਟ ਦੇ ਰੂਪ 'ਚ 1970 ਦੇ ਵਿੱਚ 72 ਦੇ ਵਿੱਚ ਅਰਾਬਰੀ ਵੈਸਟ ਬੰਗਾਲ ਜੰਗਲ 'ਚ ਕੀਤਾ ਸੀਗਾ, ਅਤੇ ਮਿਡ 97 'ਚ ਸੁਖੋ ਮਜਰੀ ਹਰਿਆਣਾ ਦੇ ਵਿੱਚ ਕਰਕੇ ਦੇਖਿਆ ਸੀ, ਸਕਸੈਸਫੁਲ ਰਿਹਾ। ਫਿਰ ਇਹਨਾਂ ਨੇ ਪੂਰੇ ਨੈਸ਼ਨਲ ਲੈਵਲ 'ਤੇ ਕਰਤਾ। ਮੀਨਿੰਗ ਡੈਫੀਨੇਸ਼ਨ ਵੀ ਇੱਕ ਲਿਖੀ ਹੋਈ ਆ, ਜਿਹੜੀ ਤੁਹਾਨੂੰ ਈਜ਼ੀ ਲੱਗੇ ਉਹ ਵੀ ਅੱਛੀ ਆ। ਬਸ ਕੁੱਲ ਮਿਲਾ ਕੇ ਲੋਕਾਂ ਦਾ ਅਤੇ ਸਰਕਾਰ ਦਾ, ਸਟੇਟ ਗਵਰਨਮੈਂਟ ਦਾ ਇਨਵੋਲਵਮੈਂਟ ਹੋਣਾ ਜੰਗਲਾਂ ਦੇ ਸੰਰਖਣ 'ਚ, ਮੈਨੇਜਮੈਂਟ 'ਚ, ਉਹਨੂੰ ਅਸੀਂ ਕਹਿੰਦੇ ਹਾਂ ਜੁਆਇੰਟ ਫੋਰੈਸਟ ਮੈਨੇਜਮੈਂਟ। ਫਿਰ ਬੇਟਾ ਇੱਕ ਸਕੀਮ ਚਲਾਈ ਸੀਗੀ, ਇਹ ਵੀ ਇੰਪੋਰਟੈਂਟ ਆ, ਇਹ ਹੋ ਸਕਦਾ ਤੁਹਾਨੂੰ ਪੁੱਛ ਲੈਣ, ਇੰਪੋਰਟੈਂਟ ਆ। ਸਮਨਵਿਤ ਗ੍ਰਾਮ ਵਨੀਕਰਨ ਸਮਰਿੱਧੀ ਯੋਜਨਾ, ਹਿੰਦੀ ਨਾਮ ਆ, ਇਸ ਕਰਕੇ ਇੱਦਾਂ ਹੀ ਰੱਟ ਲਿਓ। ਸਭ ਤੋਂ ਪਹਿਲੀ ਯੋਜਨਾ ਸੀਗੀ ਜਿਹੜੀ JFM ਦੇ ਅੰਦਰ ਇਹਨਾਂ ਨੇ ਬਣਾਈ ਸੀਗੀ। ਇਹਦੇ ਵਿੱਚ ਫੋਰੈਸਟ ਡਿਵੈਲਪਮੈਂਟ ਏਜੰਸੀਜ਼ ਨੇ ਰਜਿਸਟਰ ਕੀਤਾ ਸੀਗਾ, ਲੋਕ ਵੀ ਇਨਵੋਲਵ ਕੀਤੇ ਸੀਗੇ, ਫੰਡ ਰਿਲੀਜ਼ ਕੀਤਾ ਸੀਗਾ,
ਤੇ ਉਹ ਫੰਡ ਪਿੰਡਾਂ ਨੂੰ ਦਿੱਤਾ ਸੀਗਾ। ਇਹ ਫੋਰੈਸਟੇਸ਼ਨ ਮਤਲਬ ਜੰਗਲ ਲਗਾਓ, ਦਰਖਤ ਲਗਾਓ, ਈਕੋ ਫਰੈਂਡਲੀ ਡਿਵੈਲਪਮੈਂਟ ਸਕੀਮ ਸੀਗੀ, ਜਸਟ ਕਿ ਇਨਵਾਇਰਮੈਂਟ ਨੂੰ ਬਚਾਉਣਾ ਆ ਤੇ ਦਰਖਤ ਲਗਾਉਣਾ ਆ, ਇਹ ਵਾਲੀ ਯੋਜਨਾ। ਫਿਰ ਇਹਦੇ ਆਬਜੈਕਟਿਵਸ ਵੀ ਹੁਣ ਤਾਂ ਕਲੀਅਰ ਹੀ ਆ। ਆਬਜੈਕਟਿਵਸ ਵੀ ਰਿਮੂਵਲ ਆਫ ਫੋਰੈਸਟ ਪ੍ਰੋਡਕਟਸ ਫਰਮ ਫੋਰੈਸਟ ਬਾय ਮੇਕਿੰਗ ਕਮਿਊਨਿਟੀ ਰਿਸਪਾਂਸਿਬਲ ਫॉर ਮੋਨੀਟਰਿੰਗ ਰਿਮੂਵਲਸ ਫਰਮ ਦਾ ਫੋਰੈਸਟ। ਮਤਲਬ ਲੋਕ ਹੀ ਉੱਥੇ ਧਿਆਨ ਰੱਖੂਗੇ, ਲੋਕ ਹੀ ਪ੍ਰੋਡਕਟ ਕੱਢੂਗੇ ਤੇ ਲੋਕ ਹੀ ਉਹਨਾਂ ਦਾ ਕਮਿਊਨਿਟੀ ਲੋਕ ਆ ਉਹੀ ਉਹਨੂੰ ਮੋਨੀਟਰ ਕਰੂਗੇ, ਮੰਡੀਆਂ ਤੱਕ ਜਿੱਥੇ ਮਾਰਕੀਟ ਤੱਕ ਲੈ ਕੇ ਜਾਣਾ ਸਾਰਾ ਕੁਝ ਉਹਨਾਂ ਦੇ ਹੱਥ ਹੋਏਗਾ। ਸਸਟੇਨੇਬਲ ਐਸ਼ੋਰਡ ਇੰਪਲੋਇਮੈਂਟ, ਹੁਣ ਜਦੋਂ ਇੰਨਾ ਕੰਮ ਹੋਇਆ ਤਾਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਗਿਆ ਬੇਟਾ, ਹੈ ਨਾ। ਬਿਜ਼ੀ ਹੋ ਗਏ ਪਿੰਡ ਦੇ ਲੋਕ ਵੀ, ਜਿਹੜੇ ਗਰੀਬ ਸੀਗੇ ਉਹਨਾਂ ਨੂੰ ਇਨਵੋਲਵ ਕੀਤਾ ਆ। ਟਰਾਈਬਲ ਮਤਲਬ ਆਦੀਵਾਸੀ ਲੋਕ, ਇਹਨਾਂ ਨੂੰ ਇਨਵੋਲਵ ਕੀਤਾ, ਉਹ ਆਪਣਾ ਦ ਬੈਸਟ ਉਹ 'ਚ ਕੰਟਰੀਬਿਊਟ ਕਰਦੇ ਸੀਗੇ। ਲੋਕਲ ਪੀਪਲ ਇੰਪਲੀਮੈਂਟੇਸ਼ਨ ਆਫ ਸਕੀਮਸ, ਮਤਲਬ ਲੋਕਲ ਪੀਪਲ ਨੂੰ ਹੀ ਇਨਵੋਲਵ ਕੀਤਾ ਸੀ, ਉਹਨਾਂ ਦੇ ਅਕੋਰਡਿੰਗ ਸਕੀਮਾਂ ਬਣਾਈਆਂ, ਉਹਨਾਂ ਨੂੰ ਹੀ ਫੰਡ ਦਿੱਤੇ। ਸੋਇਲ ਇਰੋਜ਼ਨ ਵਗੈਰਾ, ਮਿੱਟੀ ਮੁੱਟੀ ਵਗਣ ਤੋਂ ਬਹਿਣ ਤੋਂ ਸਾਰਾ ਕੁਝ ਉਹਨਾਂ ਨੇ ਧਿਆਨ ਰੱਖਣਾ ਸੀ। ਫੋਰੈਸਟ ਕਵਰ ਮਤਲਬ ਜੰਗਲ ਵਧਾਉਣੇ, ਜੰਗਲ ਹੋਰ ਦਰਖਤ ਲਗਾਉਣੇ, ਅਲੱਗ-ਅਲੱਗ ਬਾਇਓਡਾਇਵਰਸਿਟੀ ਭਿੰਨਤਾ, ਅਲੱਗ-ਅਲੱਗ ਤਰੀਕੇ ਦੇ ਦਰਖਤ ਲਗਾਉਣੇ। ਅਤੇ ਜਦੋਂ ਹੁਣ ਦੇਖੋ ਲੋਕਾਂ ਨੂੰ ਰੋਜ਼ਗਾਰ ਦੀ ਗੱਲ ਕਰਦੇ ਹਾਂ ਤਾਂ ਉਹ ਰੋਜ਼ਗਾਰ ਕਿਵੇਂ, ਜਿੱਦਾਂ ਇੱਕ ਕਲਰਕ 2-3 ਕਲਰਕ ਰੱਖ ਲਏ, ਉਹਨਾਂ ਨੇ ਆਪਣਾ ਪੇਪਰ ਵਰਕ ਕਰਨਾ, ਫਿਰ ਕੈਸ਼ੀਅਰ ਰੱਖ ਲਏ, ਉਹਨਾਂ ਨੇ ਪੈਸੇ ਦਾ ਹਿਸਾਬ ਕਿਤਾਬ ਕਰਨਾ। ਲੇਬਰਰਸ ਰੱਖ ਲਏ, ਉਹਨਾਂ ਨੇ ਪ੍ਰੋਡਕਟ ਤੋੜਨੇ, ਕਿਸੇ ਨੇ ਮੰਡੀ ਲੈ ਕੇ ਜਾਣੇ, ਉਹ ਆਫਿਸਰ ਰੱਖ ਲਏ, ਹੈ ਨਾ, ਮਾਰਕੀਟਿੰਗ ਵਾਲੇ। ਫਿਰ ਕਿਸੇ ਨੇ ਪਹਿਲਾਂ ਜੰਗਲ ਨੂੰ ਪ੍ਰੋਟੈਕਟ ਕਰਨਾ, ਉਹ ਵਾਲੇ ਲੋਕ ਰੱਖ ਲਏ। ਤਾਂ ਇੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਔਰ ਅਲੱਗ-ਅਲੱਗ ਤਰੀਕੇ ਨਾਲ ਉਹ ਆਪਣਾ ਰਿਕਾਰਡ ਜਿਹੜਾ ਪੇਪਰਸ 'ਤੇ ਮੇਨਟੇਨ ਕਰਦੇ ਸੀਗੇ। ਆ ਪਿਕਚਰ ਦੇ ਵਿੱਚ ਕਲੀਅਰ ਦਿਖ ਰਿਹਾ ਆ ਕਿ ਕਿਹੜੇ ਲੋਕ ਕਿਸ ਤਰ੍ਹਾਂ ਦਾ ਕੰਮ ਜਿਹੜਾ ਮੈਨੇਜ ਕਰ ਸਕਦੇ ਆ, ਮੈਨੇਜ ਕਰਦੇ ਸੀਗੇ। ਤਾਂ ਇਹ ਸਾਰਾ ਜਿਹੜਾ ਡਿਵਲਪਮੈਂਟ ਆ ਇਹ ਹੋ ਗਿਆ ਜੁਆਇੰਟ ਫੋਰੈਸਟ ਮੈਨੇਜਮੈਂਟ। ਈਜ਼ੀ ਟੋਪਿਕ ਆ, 2-3 ਲਾਈਨਸ ਤੁਸੀਂ ਪੜ੍ਹੋਗੇ ਤੁਹਾਨੂੰ ਪੂਰਾ ਟੋਪਿਕ ਯਾਦ ਹੋ ਜਾਣਾ ਆ। ਅਤੇ ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।